ਬੱਚੋ ਅੱਜ ਆਪਾਂ ਖੇਤੀਬਾੜੀ ਨਾਲ ਸੰਬੰਧਿਤ 8ਵੀਂ ਜਮਾਤ ਦਾ 6ਵਾਂ ਪਾਠ ਪੜਾਂਗੇ, ਜਿਸ ਵਿੱਚ ਤੁਹਾਨੂੰ ਮਧੂਮੱਖੀ ਦੇ ਪਾਲਣ ਸੰਬੰਧੀ ਵਿਸਥਾਰਪੂਰਵਕ ਦੱਸਿਆ ਜਾਏਗਾ। ਇਸ ਪਾਠ ਨੂੰ ਧਿਆਨ ਨਾਲ ਸੁਣ ਕੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਇਸ ਪਾਠ ਦੇ ਪ੍ਰਸ਼ਨ ਉੱਤਰ ਤੁਹਾਨੂੰ ਸਮੇਂ ਸਿਰ ਪਹੁੰਚ ਸਕਣ। ਅੱਜ ਆਪਾਂ ਮਧੂਮੱਖੀਆਂ ਦਾ ਪਾਲਣ ਕਿਸ ਤਰ੍ਹਾਂ ਕਰਨਾ, ਇੱਕ ਸਹਾਇਕ ਦੇ ਤੌਰ 'ਤੇ ਇਹਨੂੰ ਵਰਤਿਆ ਜਾ ਸਕਦਾ ਹੈ ਤੇ ਇਸ ਨਾਲ ਤੁਹਾਡੀ ਵਾਧੂ ਆਮਦਨ ਵੀ ਹੋ ਸਕਦੀ ਹੈ। ਸ਼ਹਿਦ ਮੱਖੀ ਪਾਲਣ ਪੁਰਾਣੇ ਸਮੇਂ ਤੋਂ ਹੀ ਭਾਰਤ ਵਿੱਚ ਪ੍ਰਚਲਿਤ ਹੈ, ਪਰੰਤੂ ਉਸ ਸਮੇਂ ਭਾਰਤ ਵਿੱਚ ਸਿਰਫ ਹਿੰਦੁਸਤਾਨੀ ਮੱਖੀ ਹੀ ਪਾਲੀ ਜਾਂਦੀ ਸੀ, ਜੋ ਕਿ ਸਿਰਫ ਪਹਾੜੀ ਅਤੇ ਦੱਖਣੀ ਸੂਬਿਆਂ ਤੱਕ ਹੀ ਸੀਮਤ ਸੀ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਇਟਾਲੀਅਨ ਸ਼ਹਿਦ ਮੱਖੀ ਨੂੰ ਡਾਕਟਰ ਅਵਤਾਰ ਸਿੰਘ ਅਟਵਾਲ ਦੀ ਅਗਵਾਈ ਹੇਠ 1965 ਵਿੱਚ ਲੁਧਿਆਣੇ ਵਿਖੇ ਸਫਲਤਾ ਨਾਲ ਪਾਲਣਾ ਸ਼ੁਰੂ ਕੀਤਾ। ਇਟਾਲੀਅਨ ਮੱਖੀ ਦੇ ਮੌਸਮੀ ਪ੍ਰਬੰਧਾਂ ਦੀ ਪੂਰੀ ਖੋਜ ਤੋਂ ਬਾਅਦ ਇਹ ਸ਼ਹਿਦ ਮੱਖੀਆਂ ਪਹਿਲਾਂ 1976 ਵਿੱਚ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਨੂੰ ਅਤੇ ਬਾਅਦ ਵਿੱਚ ਭਾਰਤ ਦੇ ਹੋਰ ਸੂਬਿਆਂ ਨੂੰ ਦਿੱਤੀਆਂ ਗਈਆਂ। ਇਟਾਲੀਅਨ ਸ਼ਹਿਦ ਮੱਖੀ ਪਾਲਣ ਦੇ ਵਿਸਥਾਰ ਨਾਲ ਸ਼ਹਿਦ ਦੀ ਪੈਦਾਵਾਰ ਅਤੇ ਨਿਰਯਾਤ ਵਿੱਚ ਪੰਜਾਬ ਮੋਹਰੀ ਸੂਬਾ ਬਣ ਗਿਆ ਸੀ। ਸ਼ਹਿਦ ਮੱਖੀ ਪਾਲਣ ਦੀ ਮਹੱਤਤਾ, ਇਹਦਾ ਫਾਇਦਾ ਕੀ ਹੈ ਸ਼ਹਿਦ ਮੱਖੀ ਪਾਲਣ ਦਾ? ਸ਼ਹਿਦ ਮੱਖੀ ਪਾਲਣ ਇੱਕ ਲਾਭਕਾਰੀ ਅਤੇ ਮਹੱਤਵਪੂਰਨ ਖੇਤੀ ਸਹਾਇਕ ਕਿੱਤਾ ਹੈ। ਕੋਈ ਵੀ ਇਸਤਰੀ, ਪੁਰਸ਼ ਅਤੇ ਵਿਦਿਆਰਥੀ ਸ਼ਹਿਦ ਮੱਖੀ ਪਾਲਣ ਨੂੰ ਸਹਾਇਕ ਜਾਂ ਮੁੱਖ ਕਿੱਤੇ ਦੇ ਤੌਰ 'ਤੇ ਅਪਣਾ ਸਕਦਾ ਹੈ। ਬੱਚੋ ਤੁਸੀਂ ਵੀ ਇਸ ਧੰਦੇ ਨੂੰ ਅਪਣਾ ਸਕਦੇ ਹੋ ਅਤੇ ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਕੋਈ ਜ਼ਮੀਨ ਜਾਂ ਵੱਡੀ ਪੂੰਜੀ ਦੀ ਵੀ ਲੋੜ ਨਹੀਂ ਹੁੰਦੀ। ਇਟਾਲੀਅਨ ਸ਼ਹਿਦ ਮੱਖੀ ਸਥਾਈ ਮੱਖੀ ਪਾਲਣ ਵਿੱਚ 20 ਕਿਲੋ ਅਤੇ ਹਜਰਤੀ ਮੱਖੀ ਪਾਲਣ ਵਿੱਚ 60 ਕਿਲੋ ਸ਼ਹਿਦ ਪ੍ਰਤੀ ਕੁਟੁੰਬ ਦਿੰਦੀ ਹੈ। ਸ਼ਹਿਦ ਮੱਖੀਆਂ ਤੋਂ ਮੋਮ, ਪ੍ਰੋਪੋਲਿਸ, ਪੋਲਨ, ਸ਼ਹਿਦ ਮੱਖੀ ਜ਼ਹਿਰ ਅਤੇ ਰਾਇਲ ਜੈਲੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸਿਰਫ ਬੱਚੋ ਇਹਨਾਂ ਮੱਖੀਆਂ ਤੋਂ ਆਪਾਂ ਸ਼ਹਿਦ ਹੀ ਨਹੀਂ ਪ੍ਰਾਪਤ ਕਰਦੇ, ਇਸ ਨਾਲ ਨਾਲ ਹੋਰ ਚੀਜ਼ਾਂ ਵੀ ਜਿਹੜੀਆਂ ਸਾਨੂੰ ਇਹਨਾਂ ਮੱਖੀਆਂ ਤੋਂ ਪ੍ਰਾਪਤ ਹੁੰਦੀਆਂ ਹਨ। ਵਾਧੂ ਰਾਣੀ ਮੱਖੀਆਂ ਤਿਆਰ ਕਰਕੇ ਅਤੇ ਸ਼ਹਿਦ ਮੱਖੀਆਂ ਦੇ ਕੁਟੁੰਬ ਵੇਚ ਕੇ ਆਮਦਨ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਸ਼ਹਿਦ ਮੱਖੀਆਂ ਇਹਨਾਂ ਪਦਾਰਥਾਂ ਦੀ ਆਮਦਨ ਤੋਂ ਕਈ ਗੁਣਾ ਜ਼ਿਆਦਾ ਯੋਗਦਾਨ ਬਹੁਤ ਸਾਰੀਆਂ ਫਸਲਾਂ, ਫਲਦਾਰ ਬੂਟਿਆਂ ਅਤੇ ਸਬਜ਼ੀਆਂ ਆਦਿ ਦਾ ਪਰਾਗਣ ਕਰਕੇ ਖੇਤੀ ਉਪਜ ਅਤੇ ਗੁਣਵੱਤਾ ਵਧਾਉਣ ਵਿੱਚ ਹੀ ਪਾਉਂਦੇ ਹਨ। ਕਈ ਫਲਦਾਰ ਬੂਟੇ ਅਤੇ ਹੋਰ ਫਸਲਾਂ ਜਿਹੜੀਆਂ ਇਹਨਾਂ ਮੱਖੀਆਂ ਦੇ ਕਾਰਨ ਹੀ ਵੱਧ ਫੁੱਲ ਸਕਦੀਆਂ ਹਨ। ਸ਼ਹਿਦ ਮੱਖੀ ਦੀ ਸਰੀਰਕ ਬਣਤਰ ਕਿਸ ਤਰ੍ਹਾਂ ਦੀ ਮੱਖੀ ਹੁੰਦੀ ਹੈ? ਸ਼ਹਿਦ ਮੱਖੀ ਦੇ ਸਰੀਰ ਦੇ 3 ਮੁੱਖ ਭਾਗ ਸਿਰ, ਛਾਤੀ ਅਤੇ ਪੇਟ ਹੁੰਦੇ ਹਨ। ਸਿਰ ਉੱਤੇ ਇੱਕ ਜੋੜਾ ਸੰਯੁਕਤ ਅੱਖਾਂ, ਇੱਕ ਜੋੜਾ ਐਂਟੀਨਾ ਅਤੇ ਮੂੰਹ ਦੇ ਅੰਗ ਹੁੰਦੇ ਹਨ। ਛਾਤੀ ਵਾਲੇ ਹਿੱਸੇ 'ਤੇ 2 ਜੋੜੀ ਖੰਭ ਅਤੇ 3 ਜੋੜੀਆਂ ਲੱਤਾਂ ਹੁੰਦੀਆਂ ਹਨ। ਬੱਚੇ ਦੀ ਲੱਤਾਂ 3 ਹੁੰਦੀਆਂ ਹਨ। ਪੇਟ ਵਾਲੇ ਹਿੱਸੇ ਦੇ ਸਿਰੇ ਵਿੱਚ ਡੰਗ ਹੁੰਦਾ ਹੈ। ਨਰ ਮੱਖੀਆਂ, ਜਿਹਨੂੰ ਡਰੋਨ ਕਹਿੰਦੇ ਆ, ਵਿੱਚ ਡੰਗ ਮੌਜੂਦ ਨਹੀਂ ਹੁੰਦਾ। ਰਾਣੀ ਮੱਖੀ 'ਤੇ ਡੰਗ ਹੁੰਦਾ ਹੈ, ਪਰੰਤੂ ਇਸ ਨੂੰ ਉਹ ਵਿਰੋਧੀ ਰਾਣੀ ਮੱਖੀ ਨਾਲ ਲੜਾਈ ਸਮੇਂ ਹੀ ਵਰਤਦੀ ਹੈ, ਹੋਰ ਕਿਸੇ ਨੂੰ ਉਹ ਡੰਗ ਨਹੀਂ ਮਾਰਦੀ। ਰਾਣੀ ਮੱਖੀ ਸਿਰਫ ਅਤੇ ਸਿਰਫ ਆਪਣੀ ਵਿਰੋਧੀ ਰਾਣੀ ਮੱਖੀ ਨੂੰ ਹੀ ਡੰਗ ਮਾਰਦੀ ਹੈ, ਉਹਦੇ ਨਾਲ ਲੜਾਈ ਹੁੰਦੀ ਹੈ। ਅਤੇ ਜਿਹੜੇ ਨਰ ਮੱਖੀਆਂ ਨੇ, ਡਰੋਨ ਜਿਹਨੂੰ ਕਹਿੰਦੇ, ਉਹਨਾਂ 'ਚ ਡੰਗ ਹੀ ਨਹੀਂ ਹੁੰਦਾ। ਸਿਰਫ ਅਤੇ ਸਿਰਫ ਜਿਹੜੀ ਨਾਰੀ ਮੱਖੀਆਂ ਹੁੰਦੀਆਂ ਹਨ ਉਹਨਾਂ ਦਾ ਹੀ ਡੰਗ ਮੌਜੂਦ ਹੁੰਦਾ ਹੈ। ਸ਼ਹਿਦ ਮੱਖੀਆਂ ਦੀ ਕਿਸਮਾਂ ਕਿਹੜੀ ਕਿਹੜੀਆਂ? ਸ਼ਹਿਦ ਮੱਖੀ ਦੀਆਂ 4 ਮੁੱਖ ਕਿਸਮਾਂ ਹਨ। ਐਪਿਸ ਡੋਰਾਸਟਾ, ਜੋ ਡੋਮਨਾ ਕਹਿੰਦੇ ਆ, ਫਿਰ ਛੋਟੀ ਮੱਖੀ ਐਪਿਸ ਫਲੋਰੀਆ, ਫਿਰ ਹਿੰਦੁਸਤਾਨੀ ਮੱਖੀ ਐਪਿਸ ਰਾਣਾ ਅਤੇ ਯੂਰੋਪੀਅਨ ਮੱਖੀ ਐਪਿਸ ਮੈਲੀਫੇਰਾ ਹਨ। ਇਹਨਾਂ ਵਿੱਚ ਡੋਮਨਾ ਅਤੇ ਛੋਟੀ ਮੱਖੀ ਜੰਗਲੀ ਕਿਸਮਾਂ ਹਨ, ਜਦਕਿ ਹਿੰਦੁਸਤਾਨੀ ਅਤੇ ਯੂਰੋਪੀਅਨ ਮੱਖੀ ਪਾਲਤੂ ਕਿਸਮਾਂ ਹਨ। ਡੋਮਨਾ ਮੱਖੀ ਆਪਣੇ ਛੱਤੇ ਪਾਣੀ ਦੀ ਟੈਂਕੀ, ਇਮਾਰਤਾਂ ਦੇ ਛੱਜਿਆਂ, ਚਟਾਨਾਂ ਅਤੇ ਦਰਖਤਾਂ ਦੀਆਂ ਮੋਟੀਆਂ ਟਹਿਣੀਆਂ ਉੱਪਰ ਬਣਾਉਂਦੀਆਂ ਹਨ। ਇਹ ਮੱਖੀ ਬਹੁਤ ਗੁਸੈਲ ਸੁਭਾਅ ਦੀ ਹੈ। ਛੋਟੀ ਜਾਂ ਲੱਡੂ ਮੱਖੀ ਆਕਾਰ ਵਿੱਚ ਬਾਕੀ ਕਿਸਮਾਂ ਤੋਂ ਛੋਟੀ ਹੁੰਦੀ ਹੈ। ਇਹ ਆਪਣੀ ਛੱਤ, ਝਾੜੀਆਂ, ਛਿੱਟਿਆਂ, ਆਲਿਆਂ ਜਾਂ ਦਰਖਤਾਂ ਦੀਆਂ ਪਤਲੀਆਂ ਟਹਿਣੀਆਂ ਆਦਿ ਦੇ ਬਣਾਉਂਦੀ ਹੈ। ਹਿੰਦੁਸਤਾਨ ਅਤੇ ਯੂਰੋਪੀਅਨ ਮੱਖੀ ਨੂੰ ਬਕਸੇ ਵਿੱਚ ਪਾਲਿਆ ਜਾਂਦਾ ਹੈ। ਇਸ ਬਕਸੇ ਨੂੰ ਅੰਗਰੇਜ਼ੀ 'ਚ ਹਾਈਵ ਕਿਹਾ ਜਾਂਦਾ ਹੈ। ਇਹ ਦੋਨੋਂ ਕਿਸਮਾਂ ਬਕਸੇ, ਦਰਖਤਾਂ ਦੀ ਖੁੱਡ, ਕੰਧਾਂ ਵਿੱਚ ਮੌਜੂਦ ਖਾਲੀ ਥਾਂ ਵਿੱਚ ਆਪਣੀ ਸਮਾਂਤਰ ਛੱਤੇ ਬਣਾਉਂਦੀਆਂ ਹਨ। ਪੰਜਾਬ ਵਿੱਚ ਯੂਰੋਪੀਅਨ ਮੱਖੀ ਦੀ ਇਟਾਲੀਅਨ ਮਧੂ ਮੱਖੀ ਕਿਸਮ ਪਾਲੀ ਜਾਂਦੀ ਹੈ। ਸ਼ਹਿਦ ਮੱਖੀਆਂ ਦੀਆਂ ਜਾਤਾਂ। ਸ਼ਹਿਦ ਮੱਖੀਆਂ ਦੇ ਕੁਟੁੰਬ ਵਿੱਚ 3 ਜਾਤਾਂ ਹੁੰਦੀਆਂ ਹਨ। ਇਹਨਾਂ ਵਿੱਚ ਇੱਕ ਰਾਣੀ ਮੱਖੀ, ਹਜ਼ਾਰਾਂ ਹੀ ਕਾਮਾ ਮੱਖੀਆਂ ਅਤੇ ਕੁਝ ਨਰ ਮੱਖੀਆਂ
ਜਿਹਨੂੰ ਡਰੋਨ ਕਹਿੰਦੇ ਹਨ ਉਹ ਹੁੰਦੀਆਂ ਹਨ। ਇਹ 3 ਕਿਸਮਾਂ ਹੁੰਦੀਆਂ ਹਨ, ਜਾਤਾਂ ਹੁੰਦੀਆਂ ਨੇ ਮੱਖੀ ਦੀਆਂ, ਰਾਣੀ ਮੱਖੀ, ਕਾਮਾ ਮੱਖੀ ਤੇ ਡਰੋਨ ਮੱਖੀਆਂ। ਕਾਮਾ ਮੱਖੀਆਂ ਦੇ ਪੇਟ ਦਾ ਸਿਰਾ ਤਿਕੋਣਾ ਹੁੰਦਾ ਹੈ ਅਤੇ ਇਹਨਾਂ ਦੀਆਂ ਸੰਯੁਕਤ ਅੱਖਾਂ ਆਪਸ ਵਿੱਚ ਜੁੜੀਆਂ ਨਹੀਂ ਹੁੰਦੀਆਂ। ਡਰੋਨ ਮੱਖੀਆਂ ਦੇ ਪੇਟ ਦਾ ਸਿਰਾ ਗੋਲਾਈ ਵਿੱਚ ਹੁੰਦਾ ਹੈ ਅਤੇ ਇਸ ਉੱਪਰ ਨੂੰ ਜਿਹਾ ਹੁੰਦਾ ਹੈ। ਡਰੋਨ ਮੱਖੀਆਂ ਦੀਆਂ ਸੰਯੁਕਤ ਅੱਖਾਂ ਬਹੁਤ ਵੱਡੀਆਂ ਹੁੰਦੀਆਂ ਹਨ ਅਤੇ ਸਿਰ ਦੇ ਉੱਪਰ ਆਪਸ ਵਿੱਚ ਮਿਲੀਆਂ ਹੁੰਦੀਆਂ ਹਨ। ਰਾਣੀ ਮੱਖੀ ਦਾ ਪੇਟ ਲੰਬਾ ਹੁੰਦਾ ਹੈ, ਤਸਵੀਰ ਤੁਸੀਂ ਵੇਖ ਰਹੇ ਹੋ। ਰਾਣੀ ਮੱਖੀ ਜਿਹਦਾ ਪੇਟ ਲੰਬਾ ਹੈ, ਇਸ ਉੱਪਰ ਧਾਰੀਆਂ ਨਹੀਂ ਹੁੰਦੀਆਂ ਤੇ ਖੰਭ ਪੇਟ ਨੂੰ ਪੂਰੀ ਤਰ੍ਹਾਂ ਢੱਕਦੇ ਨਹੀਂ। ਆ ਵੱਖ-ਵੱਖ ਤਸਵੀਰਾਂ ਨੇ, ਪਰ ਤੁਹਾਨੂੰ ਰਾਣੀ ਮੱਖੀ ਦੀ ਤਸਵੀਰ ਵੇਖੋ ਜੇ ਧੜ ਲੰਬਾ ਹੈ। ਫਿਰ ਕਾਮਾ ਮੱਖੀਆਂ, ਉਹਦੇ ਬਾਅਦ ਜਿਹੜੇ ਡਰੋਨ ਮੱਖੀ ਜਾਂ ਨਰ ਮੱਖੀਆਂ ਜਿਹੜੀਆਂ ਹੁੰਦੀਆਂ ਉਹਨਾਂ ਦੀ ਤਸਵੀਰ ਤੁਹਾਨੂੰ ਵਿਖਾਈ ਜਾ ਰਹੀ ਕਿ ਆਹ ਤਿੰਨੋਂ ਜਾਤਾਂ ਜਿਹੜੀਆਂ ਹੁੰਦੀਆਂ ਵੱਖੋ ਵੱਖਰੀ, ਇਹਨਾਂ ਦੀ ਸ਼ਕਲ ਤੇ ਸ਼ੇਪ ਜਿਹੜੀ ਵੱਖੋ ਵੱਖਰੀ ਹੁੰਦੀਆਂ ਨੇ ਤਿੰਨਾਂ ਜਾਤਾਂ ਦੀ। ਫਿਰ ਸ਼ਹਿਦ ਮੱਖੀਆਂ ਦਾ ਜੀਵਨ ਚੱਕਰ ਕਿੱਦਾਂ ਦਾ ਹੁੰਦਾ ਹੈ? ਸ਼ਹਿਦ ਮੱਖੀ ਦਾ ਜੀਵਨ ਚੱਕਰ 4 ਮੁੱਖ ਅਵਸਥਾਵਾਂ ਆਂਡਾ, ਸੂੰਚੀ, ਪਿਊਪਾ ਅਤੇ ਮੱਖੀ ਰਾਹੀਂ ਹੁੰਦਾ ਹੈ। ਕਾਮਾ ਮੱਖੀ ਦਾ 21 ਦਿਨ, ਡਰੋਨ ਮੱਖੀ ਦਾ 24 ਦਿਨ ਅਤੇ ਰਾਣੀ ਮੱਖੀ ਦਾ 16 ਦਿਨਾਂ ਵਿੱਚ ਜੀਵਨ ਚੱਕਰ ਪੂਰਾ ਹੁੰਦਾ ਹੈ। ਕੁਟੁੰਬ ਦੀ ਜਥੇਬੰਦੀ ਅਤੇ ਕੰਮਕਾਰ ਦੀ ਵੰਡ, ਇਹਨਾਂ ਦਾ ਆਪਸ ਵਿੱਚ ਕੰਮ ਕੌਣ ਕੀ ਕਰਦਾ ਹੈ ਉਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਸ਼ਹਿਦ ਮੱਖੀਆਂ ਦੇ ਹਰ ਕੁਟੁੰਬ, ਜਿਹਨੂੰ ਕਲੋਨੀ ਕਹਿੰਦੇ, ਵਿੱਚ ਇੱਕ ਰਾਣੀ ਮੱਖੀ ਹੁੰਦੀ ਹੈ ਜੋ ਬਾਕੀ ਸਾਰੀਆਂ ਸ਼ਹਿਦ ਮੱਖੀਆਂ ਅਤੇ ਬੱਚਿਆਂ ਦੀ ਮਾਂ ਹੁੰਦੀ ਹੈ। ਰਾਣੀ ਮੱਖੀ ਦੀ ਉਮਰ 2 ਤੋਂ 5 ਸਾਲ ਹੁੰਦੀ ਹੈ, ਪਰੰਤੂ ਵਧੇਰੇ ਸ਼ਹਿਦ ਦੀ ਪੈਦਾਵਾਰ ਲਈ ਕੁਟੁੰਬ ਦੀ ਰਾਣੀ ਹਰ ਸਾਲ ਬਦਲ ਦੇਣੀ ਚਾਹੀਦੀ ਹੈ। ਨਵੀਂ ਗਰਭਵਤ ਰਾਣੀ ਮੱਖੀ ਗਠੀਲੇ ਸਰੀਰ ਵਾਲੀ, ਸੁਨਹਿਰੀ ਭੂਰੇ ਰੰਗ ਦੀ, ਚਮਕੀਲੀ ਅਤੇ ਲੰਬੇ ਪੇਟ ਵਾਲੀ ਹੁੰਦੀ ਹੈ। ਉਮਰ ਵਧਣ ਦੇ ਨਾਲ ਨਾਲ ਰਾਣੀ ਮੱਖੀ ਦਾ ਰੰਗ ਗੂੜਾ ਭੂਰਾ ਤੇ ਫਿਰ ਕਾਲਾ ਭੂਰਾ ਹੋ ਜਾਂਦਾ ਹੈ। ਰਾਣੀ ਮੱਖੀ ਦਾ ਕੰਮ ਅੰਡੇ ਦੇਣਾ ਹੈ ਅਤੇ ਕੁਟੁੰਬ ਨੂੰ ਇਕਜੁੱਟ ਰੱਖਣਾ ਹੁੰਦਾ ਹੈ। ਰਾਣੀ ਮੱਖੀ ਇੱਕ ਦਿਨ ਵਿੱਚ 2000 ਤੱਕ ਅੰਡੇ ਦੇ ਸਕਦੀ ਹੈ। ਰਾਣੀ ਮੱਖੀ ਦੁਆਰਾ ਦਿੱਤੇ ਗਏ ਉਪਜਾਊ ਅੰਡਿਆਂ, ਫਰਟੀਲਾਈਜ਼ਡ ਅੰਡੇ ਜਿਹੜੇ ਹੁੰਦੇ ਵਿੱਚੋਂ ਕਾਮਾ ਅਤੇ ਅਣਉਪਜਾਊ ਅੰਡਿਆਂ ਵਿੱਚ ਡਰੋਨ ਮੱਖੀਆਂ ਪੈਦਾ ਹੁੰਦੀਆਂ ਹਨ। ਫਿਰ ਕੁਟੁੰਬ ਵਿੱਚ ਕਾਮਾ ਮੱਖੀਆਂ ਦੀ ਗਿਣਤੀ 8000 ਤੋਂ ਲੈ ਕੇ 80000 ਤੱਕ ਹੋ ਸਕਦੀ ਹੈ। ਕਾਮਾ ਮੱਖੀਆਂ ਦੀ ਗਿਣਤੀ ਜਿਹੜੀ 8000 ਤੋਂ 80000 ਤੱਕ ਹੁੰਦੀ ਹੈ। ਇਹ ਸਾਰੇ ਜਿਹੜੇ ਉਪਜਾਊ ਅੰਡਿਆਂ ਵਿੱਚੋਂ ਨਿਕਲਦੀਆਂ ਹਨ। ਕਾਮਾ ਮੱਖੀਆਂ ਜਿੰਨੀਆਂ ਹੁੰਦੀਆਂ ਉਪਜਾਊ ਅੰਡੇ ਜਿਹੜੇ ਰਾਣੀ ਦਿੰਦੀ ਹੈ ਉਹਦੇ ਚੋਂ ਨਿਕਲਦੀਆਂ ਹਨ। ਜਿਵੇਂ ਕਿ ਇਹਨਾਂ ਦਾ ਨਾਮ ਦੱਸਦਾ ਹੈ, ਕੁਟੁੰਬ ਦੇ ਸਾਰੇ ਕੰਮ ਕਾਮਾ ਮੱਖੀਆਂ ਦੁਆਰਾ ਹੀ ਕੀਤੇ ਜਾਂਦੇ ਹਨ। ਕਾਮਾ ਮੱਖੀਆਂ ਦੀ ਔਸਤਨ ਉਮਰ 6 ਹਫ਼ਤੇ ਹੁੰਦੀ ਹੈ। ਆਪਣੀ ਜ਼ਿੰਦਗੀ ਦੇ ਪਹਿਲੇ 3 ਹਫ਼ਤੇ ਦੌਰਾਨ ਕਾਮਾ ਮੱਖੀਆਂ ਛੱਤੇ ਦੀ ਸਫਾਈ, ਬਰੂੜ ਦੀ ਦੇਖਭਾਲ, ਨੈਕਟਰ ਅਤੇ ਪਰਾਗ ਨੂੰ ਛੱਤਿਆਂ 'ਚ ਭਰਨ ਲਈ ਵੱਡੀ ਉਮਰ ਦੀ ਕਾਮਾ ਮੱਖੀਆਂ ਦੀ ਮਦਦ, ਨੈਕਟਰ ਨੂੰ ਸ਼ਹਿਦ ਵਿੱਚ ਤਬਦੀਲ ਕਰਨ ਲਈ ਵਾਧੂ ਪਾਣੀ ਉਡਾਉਣਾ, ਨਵੇਂ ਛੱਤੇ ਤਿਆਰ ਕਰਨਾ ਅਤੇ ਕੁਟੁੰਬ ਦਾ ਤਾਪਮਾਨ ਬਰਕਰਾਰ ਰੱਖਣਾ ਅਤੇ ਕੁਟੁੰਬ ਦੀ ਰਾਖੀ ਕਰਨਾ ਆਦਿ ਕੰਮ ਕਰਦੀਆਂ ਹਨ। ਅਗਲੇ 3 ਹਫ਼ਤੇ ਦੌਰਾਨ ਕਾਮਾ ਮੱਖੀਆਂ ਨੈਕਟਰ, ਪਰਾਗ, ਪਾਣੀ ਅਤੇ ਪ੍ਰੋਪੋਲਿਸ, ਮਧੂ ਗੂੰਦ ਜਿਹਨੂੰ ਕਹਿੰਦੇ ਪ੍ਰੋਪੋਲਿਸ ਨੂੰ ਇਕੱਠਾ ਕਰਨ ਦਾ ਕੰਮ ਕਰਦੀਆਂ ਹਨ। ਡਰੋਨ ਮੱਖੀਆਂ ਤਕੜੇ ਕੁਟੁੰਬਾਂ ਵਿੱਚ ਕੁਝ 100 ਦੀ ਗਿਣਤੀ ਵਿੱਚ ਸਿਰਫ ਬਰੀਡਿੰਗ ਮੌਸਮ ਕਿਹੜਾ ਹੁੰਦਾ ਜਦੋਂ ਮੱਖੀਆਂ ਦੇ ਵਾਧੇ ਤੇ ਨਵੀਂ ਰਾਣੀ ਮੱਖੀਆਂ ਤਿਆਰ ਕਰਨ ਦਾ ਮੌਸਮ ਹੁੰਦਾ, ਉਹਨੂੰ ਬਰੀਡਿੰਗ ਮੌਸਮ ਕਿਹਾ ਜਾਂਦਾ, ਵਿੱਚ ਹੀ ਪੈਦਾ ਹੁੰਦੀਆਂ ਹਨ। ਡਰੋਨ ਮੱਖੀਆਂ ਕਿਦੋਂ ਪੈਦਾ ਹੁੰਦੀਆਂ ਹਨ? ਜਦੋਂ ਬਰੀਡਿੰਗ ਮੌਸਮ ਦੇ ਵਿੱਚ ਹੀ ਆ ਵੀ ਪੈਦਾ ਹੁੰਦੀਆਂ ਹਨ। ਜਿਹੜੇ ਅਨਫਰਟੀਲਾਈਜ਼ਡ ਅੰਡੇ ਨੇ, ਜਿਹੜੇ ਉਪਜਾਊ ਅੰਡੇ ਜਿਹੜੇ ਨਹੀਂ ਹੁੰਦੇ ਉਹਨਾਂ 'ਚ ਪੈਦਾ ਹੁੰਦੀਆਂ ਹਨ। ਇਹ ਨਵੀਂ ਨਿਕਲੀ ਰਾਣੀ ਮੱਖੀ ਨੂੰ ਗਰਭਵਤ ਕਰਦੇ ਹਨ ਤਾਂ ਜੋ ਇਹ ਰਾਣੀ ਕਾਮਾ ਮੱਖੀਆਂ ਪੈਦਾ ਕਰ ਸਕੇ। ਡਰੋਨ ਮੱਖੀਆਂ ਕੁਟੁੰਬ ਦਾ ਹੋਰ ਕੋਈ ਕੰਮ ਨਹੀਂ ਕਰਦੀਆਂ। ਸ਼ਹਿਦ ਮੱਖੀਆਂ ਪਾਲਣਾ ਸ਼ੁਰੂ ਕਰਨਾ, ਕਿੱਦਾਂ ਆਪਾਂ ਕੀ ਸਮਾਨ ਦੀ ਲੋੜ ਤੇ ਕਿਸ ਤਰ੍ਹਾਂ ਆਪਾਂ ਸ਼ਹਿਦ ਮੱਖੀਆਂ ਦਾ ਪਾਲਣ ਸ਼ੁਰੂ ਕਰ ਸਕਦੇ ਹਾਂ। ਫਿਰ ਲੋੜੀਂਦਾ ਸਮਾਨ ਕੀ ਹੈ? ਸ਼ਹਿਦ ਮੱਖੀ ਪਾਲਣ ਲਈ ਸ਼ਹਿਦ ਮੱਖੀਆਂ ਤੋਂ ਇਲਾਵਾ ਸ਼ਹਿਦ ਮੱਖੀਆਂ ਦਾ ਬਾਕਮਾ, ਹਾਈਵ ਜਾਂ ਕਹਿੰਦੇ ਜਿਹਨੂੰ, ਫਰੇਮਾਂ ਨੂੰ ਹਿਲਾਉਣ ਲਈ ਪੱਤੀ, ਹਾਈਵ ਟੂਲ, ਜਾਲੀ, ਬੀਵ ਵੇਲ ਜਿਹਨੂੰ ਕਹਿੰਦੇ, ਧੂਆਂ ਦੇਣ ਦਾ ਸਮੋਕਰ, ਮੋਮ ਦੀਆਂ ਬੁਨਿਆਦੀ ਸ਼ੀਟਾਂ ਦੀ ਲੋੜ ਪੈਂਦੀ ਹੈ। ਸ਼ਹਿਦ ਕੱਢਣ ਲਈ ਮਸ਼ੀਨ ਜ਼ਰੂਰਤ ਸਮੇਂ ਕਿਸੇ ਮੱਖੀ ਪਾਲਕ ਤੋਂ ਉਧਾਰ ਜਾਂ ਕਿਰਾਏ 'ਤੇ ਵੀ ਉਪਲਬਧ ਹੋ ਸਕਦੀ ਹੈ। ਅੱਗੇ ਬੇਟਾ ਇਹਨਾਂ ਫੋਟੋਆਂ ਜਿਹੜੀ ਸਮਾਨ ਜਿਹੜਾ ਆਪਾਂ ਵਰਤਣਾ ਉਹਨਾਂ ਦਾ ਸਮਾਨ ਜਾਂ ਬਕਸੇ ਦੀ ਫੋਟੋ, ਕਿਸ ਤਰ੍ਹਾਂ ਦਾ ਬਕਸਾ ਹੁੰਦਾ, ਉਹਦੇ ਵਿੱਚ ਸਲੈਬਸ ਬਣੀਆਂ ਜਿਹੜੀਆਂ ਉਹ ਸਾਰੀਆਂ ਵਿੱਚੋਂ ਸਲੈਬਸ ਬਾਹਰ ਨਿਕਲ ਜਾਂਦੀਆਂ ਨੇ ਜਿਹੜੀਆਂ। ਫਿਰ ਪੱਕੇ ਹੋਏ ਸ਼ਹਿਦ ਦੇ ਮੋਮ ਦੀ ਤਹਿ ਕਿੱਦਾਂ ਉਤਾਰਨੀ ਹੈ? ਖੁਰਪੀ ਨਾਲ ਉਹ ਜਿਹੜੇ ਵਿੱਚ ਪਲੇਟਸ ਡੱਬੇ 'ਚ ਵੇਖੀ ਉਹਨੂੰ ਬਾਹਰ ਕੱਢ ਕੇ
ਤੇ ਖੁਰਪੀ ਨਾਲ ਸ਼ਹਿਦ ਉਤਾਰ ਸਕਦੇ ਆ। ਸ਼ਹਿਦ ਉਤਾਰਨ ਲਈ ਮਸ਼ੀਨ ਵੀ ਹੁੰਦੀ ਹੈ, ਉਹ ਇਸ ਤਰ੍ਹਾਂ ਦੀ ਮਸ਼ੀਨ ਹੁੰਦੀ ਹੈ, ਉਹ ਸਾਰਾ ਹਿਲਾ ਕੇ ਇਹਨੂੰ ਰੋਟੇਟ ਕਰਕੇ ਆਪਾਂ ਮਸ਼ੀਨ 'ਚੋਂ ਸ਼ਹਿਦ ਇਕੱਠਾ ਕਰ ਸਕਦੇ ਆ। ਫਿਰ ਲੋੜੀਂਦੇ ਫੁੱਲ ਕਿਹੜੇ ਕਿਹੜੇ ਚਾਹੀਦੇ ਜਿਹਦੇ ਨਾਲ ਸ਼ਹਿਦ ਜ਼ਿਆਦਾ ਬਣ ਸਕੇ। ਪੰਜਾਬ ਵਿੱਚ ਤੋਰੀਆ, ਸਰੋਂ, ਗੋਭੀ ਸਰੋਂ, ਸਫੈਦਾ, ਬਰਸੀਮ, ਨਾਖਾਂ, ਛਟਾਲਾ, ਟਾਹਲੀ, ਨਰਮਾ, ਅਰਹਰ ਅਤੇ ਸੂਰਜਮੁਖੀ ਆਦਿ ਉਹ ਮੁੱਖ ਫਸਲਾਂ ਜਾਂ ਦਰਖਤ ਹਨ ਜਿਨ੍ਹਾਂ ਨੂੰ ਸ਼ਹਿਦ ਮੱਖੀਆਂ ਆਪਣੀ ਜ਼ਰੂਰਤ ਤੋਂ ਵੱਧ ਸ਼ਹਿਦ ਇਕੱਠਾ ਕਰ ਸਕਦੀਆਂ ਹਨ। ਇਹਨਾਂ ਤੋਂ ਇਲਾਵਾ ਲੀਚੀ, ਬੇਰ, ਖੇਰ, ਕਿੱਕਰ, ਕੱਦੂ ਜਾਤੀ ਦੀਆਂ ਫਸਲਾਂ, ਤਿਲ ਆਦਿ ਤੋਂ ਵੀ ਸ਼ਹਿਦ ਜਾਂ ਪਰਾਗ ਪ੍ਰਾਪਤ ਹੁੰਦਾ ਹੈ। ਢੁਕਵਾਂ ਸਮਾਂ ਇਹਨਾਂ ਦਾ ਕੀ ਹੈ? ਫਰਵਰੀ, ਮਾਰਚ ਅਤੇ ਨਵੰਬਰ ਦਾ ਸਮਾਂ ਪੰਜਾਬ ਵਿੱਚ ਸ਼ਹਿਦ ਮੱਖੀਆਂ ਪਾਲਣਾ ਸ਼ੁਰੂ ਲਈ ਢੁਕਵਾਂ ਹੈ। ਫਿਰ ਜਗ੍ਹਾ ਦੀ ਚੋਣ ਕਿਸ ਤਰ੍ਹਾਂ ਕਰਨੀ ਆਪਾਂ? ਸ਼ਹਿਦ ਮੱਖੀ ਫਾਰਮ ਲਈ ਅਜਿਹੀ ਜਗ੍ਹਾ ਦੀ ਚੋਣ ਕਰੋ ਜਿੱਥੇ ਸਾਲ ਵਿੱਚ ਵੱਧ ਤੋਂ ਵੱਧ ਸਮਾਂ ਲੋੜੀਂਦੇ ਫੁੱਲ, ਧੁੱਪ, ਛਾਂ ਅਤੇ ਸਾਫ਼ ਪਾਣੀ ਦਾ ਪ੍ਰਬੰਧ ਹੋਵੇ। ਮੁੱਖ ਮਾਰਗ ਜਾਂ ਰੇਲਵੇ ਲਾਈਨ ਤੋਂ ਹਟਵਾਂ ਅਤੇ ਆਸ-ਪਾਸ ਤੋਂ ਉੱਚਾ ਹੋਵੇ ਅਤੇ ਉੱਥੇ ਬਕਸੇ ਲਿਜਾਉਣਾ ਸੌਖਾ ਹੋਵੇ। ਉਸੇ ਜਗ੍ਹਾ 'ਤੇ ਰੱਖਣਾ ਜਿੱਥੇ ਬਕਸੇ ਆਪਾਂ ਜਿੱਥੋਂ ਚੁੱਕ ਸਕਦੇ ਆ ਅਤੇ ਦੁਬਾਰਾ ਵਾਪਸ ਰੱਖ ਸਕਦੇ ਆ। ਫਿਰ ਸ਼ਹਿਦ ਮੱਖੀਆਂ ਦੀ ਖਰੀਦ ਕਿੱਥੋਂ ਖਰੀਦਣੀ? ਵਧੇਰੇ ਮੁਨਾਫੇ ਲਈ 8 ਫਰੇਮ ਮੱਖੀ ਨਾਲ ਨਵਾਂ ਕੁਟੁੰਬ ਸ਼ੁਰੂ ਕਰੋ। ਨਵੇਂ ਖਰੀਦ ਗੱਟੀ ਵਿੱਚ ਨਵੀਂ ਗਰਭਾਤ ਰਾਣੀ ਮੱਖੀ, ਬੰਦ ਅਤੇ ਖੁੱਲ੍ਹਾ ਬਰੂਡ, ਸ਼ਹਿਦ ਅਤੇ ਪਰਾਗ ਤੇ ਹੋਣ ਤੋਂ ਸ਼ਰਨ ਮੂਰਤ ਘੱਟ ਤੋਂ ਘੱਟ। ਖਰੀਦੇ ਹੋਏ ਕੁਟੁੰਬਾਂ ਨੂੰ ਚੁਣੀ ਹੋਈ ਜਗ੍ਹਾ 'ਤੇ ਲੈ ਕੇ ਜਾਣਾ। ਖਰੀਦੇ ਕੁਟੁੰਬ ਦੇ ਗੇਟ ਬੰਦ ਕਰਕੇ ਹਮੇਸ਼ਾ ਦੇਰ ਰਾਤ ਜਾਂ ਤੜਕੇ ਚੁੱਕ ਕੇ ਚੁਣੀ ਹੋਈ ਜਗ੍ਹਾ ਤੋਂ ਲੈ ਜਾ ਕੇ ਇੱਕ ਦੂਜੇ ਤੋਂ 6 ਫੁੱਟ ਦੀ ਦੂਰੀ 'ਤੇ ਅਤੇ ਕਤਾਰ ਤੋਂ ਕਤਾਰ 10 ਫੁੱਟ ਦੂਰ ਟਿਕਾ ਦਿਓ। ਸ਼ਹਿਦ ਮੱਖੀਆਂ ਕੁਟੁੰਬਾਂ ਦਾ ਮੌਸਮੀ ਪ੍ਰਬੰਧ ਕਿੱਦਾਂ ਦਾ ਮੌਸਮ ਇਹਨਾਂ ਵਾਸਤੇ ਰੱਖਣਾ ਚਾਹੀਦਾ? ਬਸੰਤ ਰੁੱਤ ਦੇ ਪ੍ਰਬੰਧ ਕਿੱਦਾਂ ਦੇ ਹੋਣੇ ਚਾਹੀਦੇ? ਸ਼ਹਿਦ ਮੱਖੀਆਂ ਦੇ ਵਾਧੇ ਤੇ ਸ਼ਹਿਦ ਪ੍ਰਾਪਤੀ ਲਈ ਇਹ ਬਹੁਤ ਹੀ ਢੁਕਵਾਂ ਮੌਸਮ ਹੈ। ਕੁਟੁੰਬਾਂ ਨੂੰ ਕੰਮ ਲਈ ਵਧੇਰੇ ਜਗ੍ਹਾ ਦੇਣ ਲਈ ਇਹਨਾਂ ਨੂੰ ਤਿਆਰ ਛੱਤੇ ਜਾਂ ਮੋਮੀ ਸ਼ੀਟਾਂ ਦੇਵੋ। ਜਦੋਂ ਬਕਸੇ ਵਿੱਚ 10 ਛੱਤੇ ਪੂਰੇ ਹੋ ਜਾਣ ਤਾਂ ਇਸ ਉੱਪਰ ਸੁਪਰ ਚੈਂਬਰ ਲਗਾ ਕੇ ਛੱਤੇ ਦੇਵੋ। ਕੁਟੁੰਬ ਵਿੱਚ ਜਗ੍ਹਾ ਦੀ ਘਾਟ ਹੋਣ ਕਾਰਨ ਮੱਖੀ ਸਵਾਰਮ ਰਾਣੀ ਮੱਖੀ ਅੱਧੀਆਂ ਕੁ ਮੱਖੀਆਂ ਨਾਲ ਲੈ ਕੇ ਉੱਡ ਜਾਣਾ, ਉਹਨੂੰ ਸਵਾਰਮ ਕਹਿੰਦੇ। ਜਦੋਂ ਰਾਣੀ ਮੱਖੀ ਆਪਣੀ ਦੂਜੀ ਮੱਖੀ ਦਾ ਪਰ ਪਾਲ ਲੈਂਦੇ ਰਾਣੀ ਦੀ, ਜਾਂ ਫਿਰ ਬਾਕੀ ਦੇ ਨਾਲ ਜਿਹੜੇ ਹੈਗੇ ਉਹਨੂੰ ਲੈ ਕੇ ਉੱਡ ਜਾਂਦੀ ਕੰਮ ਇਹਨੂੰ ਕਰ ਜਾਂਦੇ ਹਨ। ਇਹ ਨੁਕਸਾਨ ਰੋਕਣ ਲਈ ਫੁੱਲਾਂ ਨੂੰ ਲੋੜ ਅਨੁਸਾਰ ਛੱਤੇ ਦਿੰਦੇ ਰਹੋ। ਰਾਣੀ ਮੱਖੀ ਦੇ ਇੱਕ ਪਾਸੇ ਦੇ ਅੱਧੇ ਖੰਭ ਕੱਟ ਦੇਵੋ ਅਤੇ ਹਰ ਹਫ਼ਤੇ ਕੁਟੁੰਬਾਂ ਦਾ ਨਿਰੀਖਣ ਕਰਕੇ ਤਿਆਰ ਹੋ ਰਹੇ ਰਾਣੀ ਸੈੱਲ ਕੱਢ ਦੇਵੋ, ਕਿਉਂਕਿ ਜਿੰਨੇ ਵੀ ਮੱਖੀਆਂ ਸਾਰੀਆਂ ਰਾਣੀ ਦੇ ਮਗਰ ਜਾਣੀਆਂ, ਇਸ ਲਈ ਉਹਨਾਂ ਨੂੰ ਉੱਡਣ ਤੋਂ ਬਚਾਉਣ ਲਈ ਉਹਦੇ ਖੰਭ ਕੱਢ ਦੇਣੇ ਚਾਹੀਦੇ ਅਤੇ ਹਰ ਹਫ਼ਤੇ ਕੁਟੁੰਬ ਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ। ਪੱਕੇ ਹੋਏ ਸਰੋਂ ਅਤੇ ਸਫੈਦੇ ਦੇ ਸ਼ਹਿਦ ਵਿੱਚ ਇਸ ਮੌਸਮ ਵਿੱਚ ਕੱਢ ਲਵੋ। ਗਰਮੀ ਰੁੱਤ ਦੇ ਪ੍ਰਬੰਧ ਗਰਮੀ ਤੋਂ ਬਚਾਉਣ ਲਈ ਕੁਟੁੰਬਾਂ ਨੂੰ ਹਰ ਰੋਜ਼ 2 ਤੋਂ 3 ਫੁੱਟ ਖਿਸਕਾ ਕੇ ਸੰਘਣੀ ਛਾਂ ਹੇਠ ਕਰੋ ਅਤੇ ਬਕਸਿਆਂ ਨੂੰ ਹਵਾਦਾਰ ਬਣਾਓ। ਸਾਫ਼ ਪਾਣੀ ਦਾ ਪ੍ਰਬੰਧ ਵੀ ਕਰੋ। ਇਸ ਮੌਸਮ ਵਿੱਚ ਬਰਸੀਮ ਅਤੇ ਸੂਰਜਮੁਖੀ ਦਾ ਸ਼ਹਿਦ ਕੱਢਿਆ ਜਾਂਦਾ ਹੈ। ਬਰਸਾਤ ਰੁੱਤ ਦੇ ਪ੍ਰਬੰਧ ਖੈਰ ਅਤੇ ਨਰਮਾ ਇਸ ਦਾ ਮੁੱਖ ਫੁੱਲ ਫਲਾਕਾ ਹੈ। ਜ਼ਿਆਦਾਤਰ ਇਲਾਕਿਆਂ ਵਿੱਚ ਇਸ ਮੌਸਮ ਵਿੱਚ ਸ਼ਹਿਦ ਮੱਖੀਆਂ ਲਈ ਖੁਰਾਕ ਦੀ ਘਾਟ ਹੁੰਦੀ ਹੈ। ਲੋੜ ਮੁਤਾਬਕ ਕੁਟੁੰਬਾਂ ਨੂੰ ਖੰਡ ਅਤੇ ਪਾਣੀ ਦੇ ਘੋਲ ਖਾਲੀ ਛੱਤੇ, ਫੀਡਰ ਜਾਂ ਡੱਬੇ 'ਚ ਭਰ ਕੇ ਦਿਓ। ਕਮਜ਼ੋਰ ਕੁਟੁੰਬਾਂ ਨੂੰ ਤਕੜੇ ਕੁਟੁੰਬਾਂ ਨਾਲ ਮਿਲਾ ਦਿਓ। ਕੁਟੁੰਬ ਵਿੱਚ ਖੁਰਾਕ ਦੀ ਚੋਰੀ ਰੋਕਣ ਦੇ ਉਪਰਾਲੇ ਕਰੋ। ਕਾਲੇ ਕੀੜੇ, ਭਰਿੰਡਾਂ ਤੇ ਮੋਮੀ ਕੀੜੇ ਕੁਟੁੰਬਾਂ ਉੱਪਰ ਹਮਲਾ ਕਰਕੇ ਕਾਫੀ ਨੁਕਸਾਨ ਪਹੁੰਚਾਉਂਦੇ ਹਨ, ਸੋ ਇਹਨਾਂ ਦੁਸ਼ਮਣਾਂ ਦੀ ਰੋਕਥਾਮ ਲਈ ਢੁਕਵੇਂ ਉਪਰਾਲੇ ਕਰੋ। ਸਰਦੀ ਰੁੱਤ ਦੇ ਪ੍ਰਬੰਧ ਠੰਡ ਦੇ ਬਚਾਅ ਲਈ ਕੁਟੁੰਬਾਂ ਨੂੰ 2-3 ਫੁੱਟ ਹਰ ਰੋਜ਼ ਖਿਸਕਾ ਕੇ ਧੁੱਪ 'ਚ ਰੱਖੋ। ਬਕਸਿਆਂ ਵਿੱਚੋਂ ਵਾਧੂ ਖਾਲੀ ਛੱਤੇ ਕੱਢ ਕੇ ਉਹਨਾਂ ਦੀ ਜਗ੍ਹਾ ਸਰਦੀ ਦੀ ਪੈਕਿੰਗ ਅਖਬਾਰ ਜਾਂ ਮੋਮੀ ਕਾਗਜ਼ ਵਿੱਚ ਪਰਾਲੀ ਲਪੇਟ ਕੇ ਬਕਸੇ ਅੰਦਰ ਖਾਲੀ ਥਾਂ ਵਿੱਚ ਦਿਓ। ਜੇਕਰ ਛੱਤਿਆਂ ਵਿੱਚ ਤਾਜ਼ਾ ਸ਼ਹਿਦ ਨਹੀਂ ਆ ਰਿਹਾ ਤਾਂ ਖੰਡ ਅਤੇ ਪਾਣੀ ਦਾ ਗਾੜਾ ਘੋਲ ਪਾਣੀ ਨਾਲ ਦੋਗਣੀ ਖੰਡ ਛੱਤਿਆਂ ਵਿੱਚ ਭਰ ਕੇ ਦਿਓ। ਫਿਰ ਸ਼ਹਿਦ ਕਿੱਦਾਂ ਕੱਢੀਦਾ? ਸ਼ਹਿਦ ਮੱਖੀਆਂ ਪੱਕੇ ਹੋਏ ਸ਼ਹਿਦ ਨੂੰ ਮੋਮ ਦੀ ਤਹਿ ਨਾਲ ਸੀਲ ਕਰ ਦਿੰਦੀਆਂ ਹਨ। ਕਦੇ ਵੀ ਬਰੂਡ ਵਾਲੇ ਛੱਤਿਆਂ ਵਿੱਚ ਜਮ੍ਹਾਂ ਕੀਤਾ ਸ਼ਹਿਦ ਨਾ ਕੱਢੋ। ਕੱਚਾ ਸ਼ਹਿਦ ਵੀ ਨਾ ਕੱਢੋ, ਕਿਉਂਕਿ ਇਹ ਸ਼ਹਿਦ ਜਲਦੀ ਹੀ ਖੱਟਾ ਹੋ ਜਾਂਦਾ ਹੈ। ਪੱਕੇ ਹੋਏ ਸ਼ਹਿਦ ਵਾਲੇ ਛੱਤੇ ਚੁਣ ਕੇ ਉਹਨਾਂ ਤੋਂ ਸ਼ਹਿਦ ਮੱਖੀਆਂ ਨੂੰ ਹਲਕਾ ਝਟਕਾ ਦੇ ਕੇ ਮੱਖੀਆਂ ਝਾੜਨ ਵਾਲੇ ਬਰਸ਼ ਨਾਲ ਝਾੜ ਦਿਓ। ਇਹਨਾਂ ਛੱਤਿਆਂ ਨੂੰ ਬਕਸਿਆਂ ਵਿੱਚ ਬੰਦ ਕਰਕੇ ਕਿਸੇ ਜਾਲੀਦਾਰ ਕਮਰੇ ਜਾਂ ਵੱਡੀ ਮੱਛਰਦਾਨੀ ਵਿੱਚ ਲਿਆ ਕੇ ਰੱਖੋ। ਸ਼ਹਿਦ ਕੱਢਣ ਤੋਂ ਪਹਿਲਾਂ ਚਾਕੂ ਨਾਲ ਮੋਮ ਦੀ ਸੀਲ ਕੱਟ ਕੇ ਉਤਾਰ ਦੇਵੋ ਅਤੇ ਇਹਨਾਂ ਛੱਤਿਆਂ ਨੂੰ ਸ਼ਹਿਦ ਕੱਢਣ ਵਾਲੀ ਮਸ਼ੀਨ ਵਿੱਚ ਸ਼ਹਿਦ ਕੱਢ ਲਵੋ।
ਸ਼ਹਿਦ ਕੱਢਣ ਤੋਂ ਬਾਅਦ ਖਾਲੀ ਹੋਏ ਛੱਤੇ ਆਪਸ ਵਿੱਚ ਕੁਟੁੰਬ ਨੂੰ ਦੇ ਦੇਵੋ। ਸ਼ਹਿਦ ਉੱਪਰ ਇਕੱਠੀਆਂ ਹੋਈਆਂ ਅਸ਼ੁੱਧੀਆਂ ਜਾਂ ਮੋਮ, ਸ਼ਹਿਦ ਮੱਖੀਆਂ ਅਤੇ ਉਹਨਾਂ ਦੇ ਖੰਭਾਂ ਨਿਤਾਰ ਕੇ ਕੱਢ ਦੇਵੋ ਅਤੇ ਸ਼ਹਿਦ ਨੂੰ ਫੂਡ ਗ੍ਰੇਡ ਪਲਾਸਟਿਕ ਦੇ ਹਵਾਬੰਦ ਡੱਬਿਆਂ ਵਿੱਚ ਭਰ ਕੇ ਸਟੋਰ ਕਰੋ। ਮੋਮ ਦੀ ਪ੍ਰਾਪਤੀ ਕਿੱਦਾਂ ਕਰਨੀ ਹੈ? ਸ਼ਹਿਦ ਕੱਢਣ ਦੌਰਾਨ ਪੱਕੇ ਸ਼ਹਿਦ ਦੇ ਉੱਪਰੋਂ ਉਤਾਰੀ ਮੋਮ, ਟੁੱਟੇ ਹੋਏ ਛੱਤੇ, ਪੁਰਾਣੇ ਬੇਕਾਰ ਛੱਤੇ ਜਾਂ ਜੰਗਲੀ ਮੱਖ ਦੇ ਛੱਤੇ ਆਦਿ ਗਰਮ ਪਾਣੀ 'ਚ ਪਾ ਕੇ ਭੁੰਨ ਲਵੋ। ਰਹਿੰਦ ਖੂੰਹਦ ਭੁੰਨਣ ਵੇਲੇ ਵਰਤੇ ਕੱਪੜੇ ਉੱਪਰ ਰਹਿ ਜਾਵੇਗੀ, ਜਦਕਿ ਪਿਘਲੀ ਹੋਈ ਮੋਮ ਪਾਣੀ ਸਮੇਤ ਥੱਲੇ ਰੱਖੇ ਖੁੱਲੇ ਮੂੰਹ ਵੱਲ ਬਰਤਨ ਵਿੱਚ ਚਲੀ ਜਾਵੇਗੀ। ਸਵੇਰ ਤੱਕ ਸਾਰੀ ਮੋਮ ਪਾਣੀ ਦੇ ਉੱਪਰ ਇੱਕ ਟਿੱਕੀ ਦੇ ਰੂਪ ਵਿੱਚ ਇਕੱਠੀ ਹੋ ਜਾਵੇਗੀ। ਇਸ ਤਰ੍ਹਾਂ ਕਿ ਆਪਾਂ ਮੋਮ ਇਕੱਠਾ ਕਰ ਸਕਦੇ ਹਾਂ। ਫਿਰ ਸ਼ਹਿਦ ਦਾ ਮੰਡੀਕਰਨ। ਪੰਜਾਬ ਵਿੱਚ ਸ਼ਹਿਦ ਦੀ ਖਰੀਦ ਲਈ ਵਪਾਰੀ ਦੂਰੀ ਅਤੇ ਨਿਰਯਾਤ ਕਰ ਰਹੇ ਹਨ। ਇਸ ਤੋਂ ਇਲਾਵਾ ਸ਼ਹਿਦ ਮੱਖੀ ਦੇ ਪਾਲਕਾਂ ਦੇ ਸਵੈ ਸਹਾਇਤਾ ਗੁੱਟ, ਸੈਲਫ ਗਰੁੱਪ ਹੈਲਪ ਜਿਹੜੇ ਹੁੰਦੇ ਆ, ਉਹ ਆਪਾਂ ਤਿਆਰ ਕਰ ਸਕਦੇ ਆ। ਮੰਡੀਕਰਨ ਵਿੱਚ ਵੱਡਾ ਯੋਗਦਾਨ ਪਾ ਰਹੇ ਨੇ। ਅੱਜ ਸੈਲਫ ਹੈਲਪ ਗਰੁੱਪ ਨੇ ਜਿਹੜੇ, ਉਹ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ। ਸ਼ਹਿਦ ਨੂੰ ਵੱਖ-ਵੱਖ ਆਕਾਰ ਦੀਆਂ ਆਕਰਸ਼ਿਤ ਬੋਤਲਾਂ 'ਚ ਭਰ ਕੇ ਵੇਚਣ ਨਾਲ ਮੁਨਾਫਾ ਹੋਰ ਵੀ ਵਧਾਇਆ ਜਾ ਸਕਦਾ ਹੈ। ਅੱਗੇ ਬੱਚੋ, ਸਰਕਾਰ ਦੁਆਰਾ ਕੀ ਵਿੱਤੀ ਸਹਾਇਤਾ ਮਿਲਦੀ ਜੇ ਮਧੂ ਮੱਖੀ ਦਾ ਪਾਲਣ ਕਰਨਾ। ਸ਼ਹਿਦ ਮੱਖੀ ਦੇ ਕਿੱਤੇ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਵੱਲੋਂ ਰਾਸ਼ਟਰੀ ਬਾਗਬਾਨੀ ਮਿਸ਼ਨ ਦੇ ਅਧੀਨ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਹਿਦ ਕੱਢਣ ਵਾਲੀ ਮਸ਼ੀਨ, ਸੈੱਲ ਟੋਪੀਆਂ, ਉਤਾਰਨ ਵਾਲਾ ਚਾਕੂ, ਡ੍ਰਿਪ ਟਰੇ ਅਤੇ ਸ਼ਹਿਦ ਪਾਉਣ ਲਈ ਫੂਡ ਗ੍ਰੇਡ ਪਲਾਸਟਿਕ ਦੀਆਂ ਬਾਲਟੀਆਂ 'ਤੇ ਵੀ ਸਬਸਿਡੀ ਦਿੱਤੀ ਜਾਂਦੀ ਹੈ। ਫਿਰ ਸਿਖਲਾਈ ਵਾਸਤੇ ਕੀ ਪ੍ਰਬੰਧ ਹਨ? ਸ਼ਹਿਦ ਮੱਖੀ ਪਾਲਣ ਦੀ ਪ੍ਰੈਕਟੀਕਲ ਸਿਖਲਾਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਖੇਤੀਬਾੜੀ ਵਿਭਾਗ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਯੂਨੀਵਰਸਿਟੀ ਲੁਧਿਆਣਾ ਦੁਆਰਾ ਪ੍ਰਕਾਸ਼ਿਤ ਕਿਤਾਬ ਇਟਾਲੀਅਨ ਮਧੂ ਮੱਖੀਆਂ ਦੀ ਸਾਂਭ ਸੰਭਾਲ ਰਾਹੀਂ ਵੀ ਲੋੜ ਸਮੇਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਲਈ ਮੱਖੀ ਪਾਲਣ ਸ਼ੁਰੂ ਕਰਨ ਤੋਂ ਪਹਿਲਾਂ ਸਿਖਲਾਈ ਲੈਣੀ ਬਹੁਤ ਜ਼ਰੂਰੀ ਹੈ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਕਿਹੜੀ ਕਿਸਮ ਨੂੰ ਆਪਾਂ ਇੱਥੇ ਵਰਤਣਾ ਅਤੇ ਇਹਨਾਂ ਦੀ ਜਾਤਾਂ ਕਿਹੜੀਆਂ ਹੁੰਦੀਆਂ, ਰਾਣੀ ਮੱਖੀ ਨੂੰ ਕਿੱਦਾਂ ਆਪਾਂ ਸਾਂਭਣਾ ਅਤੇ ਇਹਨਾਂ ਤੋਂ ਸ਼ਹਿਦ ਕਿੱਦਾਂ ਉਤਾਰਨਾ, ਮੋਮ ਨੂੰ ਕਿੱਦਾਂ ਉਤਾਰਨਾ, ਸਾਰਾ ਕੁਝ ਤੁਹਾਨੂੰ ਦੱਸਿਆ ਗਿਆ। ਅਤੇ ਆਹ PIU ਤੋਂ ਟ੍ਰੇਨਿੰਗ ਲੈਣ ਤੋਂ ਬਾਅਦ ਹੀ ਤੁਸੀਂ ਆਪਣਾ ਵਧੀਆ ਤਰੀਕੇ ਨਾਲ ਮਧੂ ਮੱਖੀ ਪਾਲਣ ਦਾ ਕਿੱਤਾ ਅਪਣਾ ਸਕਦੇ ਹੋ। ਬੱਚੋ, ਪਾਠ ਤੁਹਾਨੂੰ ਕਿਹੋ ਜਿਹਾ ਲੱਗਾ ਇਸ ਕਮੈਂਟ ਵਿੱਚ ਬਾਕਸ ਜ਼ਰੂਰ ਕਰੋ ਅਤੇ ਕੋਸ਼ਿਸ਼ ਕਰੋ ਆ ਸਾਰੇ ਪਾਠ ਤੋਂ ਸਮਝ ਕੇ ਤੁਸੀਂ ਵੀ ਚਾਹੇ ਇੱਕ ਅੱਧਾ ਡੱਬਾ ਮੱਖੀਆਂ ਦਾ ਜ਼ਰੂਰ ਪਾ ਲਓ, ਤਾਂ ਕਿ ਤੁਹਾਨੂੰ ਆਮਦਨ ਆਉਣੀ ਸ਼ੁਰੂ ਹੋ ਜਾਵੇ ਅਤੇ ਤੁਹਾਨੂੰ ਤਜਰਬਾ ਹੋ ਜਾਏਗਾ। ਫਿਰ ਬਾਅਦ 'ਚੋਂ ਵੱਡੇ ਪੱਧਰ 'ਤੇ ਵੀ ਤੁਸੀਂ ਸ਼ੁਰੂ ਕਰ ਸਕਦੇ ਹੋ। ਪੂਰਾ ਕੰਮ ਪੱਕੇ ਤੌਰ 'ਤੇ ਕਰ ਸਕਦੇ ਹੋ। ਪਾਰਟ ਟਾਈਮ ਵੀ ਕਰ ਸਕਦੇ ਹੋ, ਫੁੱਲ ਟਾਈਮ ਵੀ ਕਰ ਸਕਦੇ ਹੋ। ਧੰਨਵਾਦ।